ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਨੇ ਐਲਾਨੇ ਫਲਾਈਟਾਂ ਦੇ ਬਾਰੇ ਵਿੱਚ ਨਿਯਮ 30 ਅਪ੍ਰੈਲ ਤੱਕ ਲਗਾਈ ਰੋਕ। ਓਨਟਾਰੀਓ ਆਉਣ ਵਾਲੇ ਯਾਤਰੀਆਂ ਦੇ ਲਈ ਨਵੇਂ ਨਿਯਮ ਲਾਗੂ। ਹੁਣ 에ਅਰਪੋਰਟ ਦੇ ਉੱਪਰ ਹੋਵੇਗਾ ਕਰੋਨਾ ਟੈਸਟ। ਕੈਨੇਡਾ ਦੀਆਂ 에ਅਰਲਾਈਨਸ ਦੇ ਵੱਲੋਂ ਉਡਾਨਾਂ ਰੱਦ ਕਰਨ ਦਾ ਫੈਸਲਾ ਮਨਜ਼ੂਰ। ਟਰੂਡੋ ਨੇ ਕੈਨੇਡਾ ਦੀਆਂ 에ਅਰਲਾਈਨਾਂ ਦੀ ਕੀਤੀ ਤਾਰੀਫ। ਟੋਰਾਂਟੋ ਦੇ 2 ਘਰ ਅੱਗ ਦਾ ਸ਼ਿਕਾਰ, 4 ਲੋਕਾਂ ਦੀ ਹੋਈ ਮੌਤ। ਕੈਨੇਡਾ ਨੂੰ ਇੱਕ ਹੋਰ ਕਰੋਨਾ ਟੀਕਾ ਮਿਲਣ ਦੀ ਉਮੀਦ, ਹੈਲਥ ਕੈਨੇਡਾ ਦੇ ਸਕਦਾ ਹੈ ਹਰੀ ਝੰਡੀ। ਕੈਨੇਡਾ ਦੇ ਵੱਲੋਂ ਆਉਣ ਵਾਲੇ ਯਾਤਰੀਆਂ ਦੇ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਹਰ ਆਉਣ ਵਾਲੇ ਯਾਤਰੀ ਨੂੰ 에ਅਰਪੋਰਟ ਦੇ ਉੱਪਰ ਆਪਣਾ ਕਰੋਨਾ ਟੈਸਟ ਨੈਗੇਟਿਵ ਦਿਖਾਉਣਾ ਪਏਗਾ। 3 ਦਿਨਾਂ ਦੇ ਲਈ ਇਸ ਵੱਲੋਂ ਲਾਜ਼ਮੀ ਤੌਰ ਦੇ ਉੱਪਰ ਹੋਟਲ ਦੇ ਵਿੱਚ ਕੁਆਰੰਟੀਨ ਕੀਤਾ ਜਾਵੇਗਾ। ਇੱਕ ਖਰਚਾ ਯਾਤਰੀ ਦਾ ਆਪਦਾ ਹੋਵੇਗਾ। ਉਸ ਤੋਂ ਬਾਅਦ ਜੇਕਰ ਟੈਸਟ ਨੈਗੇਟਿਵ ਆਉਂਦਾ ਹੈ ਤਾਂ 2 ਹਫ਼ਤੇ ਘਰ ਦੇ ਵਿੱਚ ਕੁਆਰੰਟੀਨ ਕਰਨਾ ਪਵੇਗਾ। ਪਰ ਜੇਕਰ ਕੋਵਿਡ ਪੋਜ਼ਿਟਿਵ ਕੋਈ ਪਾਇਆ ਜਾਂਦਾ ਹੈ ਤਾਂ ਫਿਰ ਉਸ ਨੂੰ ਸਰਕਾਰੀ ਜਗ੍ਹਾ ਦੇ ਉੱਪਰ ਆਈਸੋਲੇਟ ਕੀਤਾ ਜਾਵੇਗਾ, ਕੁਆਰੰਟੀਨ ਕੀਤਾ ਜਾਵੇਗਾ। ਇਸ ਤਰ੍ਹਾਂ ਦੇ ਨਵੇਂ ਯਾਤਰਾ ਦੇ ਨਾਲ ਸੰਬੰਧਿਤ ਐਲਾਨ ਉਹਨਾਂ ਵੱਲੋਂ ਕੀਤੇ ਗਏ ਹੈ। ਨਾਲ ਹੀ ਦੱਸ ਦਈਏ ਕਿ ਜੋ ਕੈਰੀਬੀਅਨ ਡੈਸਟੀਨੇਸ਼ਨਸ ਤੇ ਮੈਕਸੀਕੋ ਤੱਕ ਸਾਰੀਆਂ ਉਡਾਨਾਂ ਦੇ ਉੱਪਰ ਅਪ੍ਰੈਲ 30 ਤੱਕ ਰੋਕ ਲਗਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਨਵੀਆਂ ਟਰੈਵਲ ਰੈਸਟ੍ਰਿਕਸ਼ਨਸ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਹੁਣ ਆਉਣ ਵਾਲੇ ਹਰ ਯਾਤਰੀ ਨੂੰ 에ਅਰਪੋਰਟ ਦੇ ਉੱਪਰ ਕਰੋਨਾ ਟੈਸਟ ਨੈਗੇਟਿਵ ਦਿਖਾਉਣਾ ਪਵੇਗਾ। 3 ਦਿਨਾਂ ਤੱਕ ਹੋਟਲ ਦੇ ਵਿੱਚ ਕੁਆਰੰਟੀਨ ਕਰਨਾ ਪਵੇਗਾ। ਇਹ ਸਭ ਯਾਤਰੀ ਆਪਣੇ ਖਰਚੇ ਦੇ ਉੱਪਰ ਕਰਨਗੇ। ਇਸ ਦੇ ਉੱਪਰ $2000 ਤੱਕ ਦਾ ਖਰਚਾ ਆਵੇਗਾ। ਇੱਕ ਖਰਚੇ ਦਾ ਅੰਦਾਜ਼ਾ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਬੋਲਦਿਆਂ ਸਾਂਝਾ ਕੀਤਾ। ਆਉਣ ਵਾਲੇ ਯਾਤਰੀ ਨੂੰ 2 ਹਫ਼ਤਿਆਂ ਤੱਕ ਆਪਣੇ ਘਰ ਦੇ ਵਿੱਚ ਆਈਸੋਲੇਟ ਹੋਣਾ ਪਵੇਗਾ। ਇਹ ਉਹਨਾਂ ਦੇ ਲਈ ਹੈ ਜਿਨ੍ਹਾਂ ਦਾ ਟੈਸਟ ਨੈਗੇਟਿਵ ਆਵੇਗਾ। ਪਰ ਜੇਕਰ ਕੋਈ ਕੋਵਿਡ ਪੋਜ਼ਿਟਿਵ ਪਾਇਆ ਜਾਂਦਾ ਹੈ ਤਾਂ ਇਸ ਨੂੰ ਸਰਕਾਰੀ ਜਗ੍ਹਾ ਦੇ ਉੱਪਰ ਕੁਆਰੰਟੀਨ ਕੀਤਾ ਜਾਵੇਗਾ। ਕੈਨੇਡਾ ਦੀ ਮੁੱਖ 에ਅਰਲਾਈਨਸ ਦੇ ਵੱਲੋਂ ਕੈਰੀਬੀਅਨ ਡੈਸਟੀਨੇਸ਼ਨਸ ਅਤੇ ਮੈਕਸੀਕੋ ਤੱਕ ਸਰਵਿਸਿਜ਼ ਨੂੰ ਸਸਪੈਂਡ ਕਰ ਦਿੱਤਾ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਐਤਵਾਰ ਤੋਂ ਹੋ ਰਹੀ ਹੈ ਅਤੇ ਅਪ੍ਰੈਲ 30 ਤੱਕ ਇਹ ਲਾਗੂ ਰਹੇਗੀ। ਨਾਲ ਹੀ ਇਹ ਵੀ ਜਾਣਕਾਰੀ ਪ੍ਰਧਾਨ ਮੰਤਰੀ ਨੇ ਦਿੱਤੀ ਹੈ ਕਿ ਯੂਨਾਈਟਿਡ ਸਟੇਟਸ ਜਾਣੀ ਕਿ ਅਮਰੀਕਾ ਤੋਂ ਆਉਣ ਵਾਲੇ ਨਾਨ ਐਸੈਂਸ਼ੀਅਲ ਟਰੈਵਲਰ ਜੋ ਕਿ ਬਾਰਡਰ ਦੇ ਰਾਹੀਂ ਆਉਣਗੇ, ਉਹਨਾਂ ਨੂੰ ਵੀ ਆਪਣਾ ਕਰੋਨਾ ਨੈਗੇਟਿਵ ਟੈਸਟ ਦਿਖਾਉਣਾ ਪਵੇਗਾ। ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਹੋਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀ ਕਿਹਾ ਗਿਆ। We're doing this to keep as many Canadians alive and healthy as we can through this pandemic. We're taking difficult measures now so that we can get through this quicker, so that we have less damage to our economy, to our industries, to our workers, to our lives. This is something that Canada is focused on, and that's why we've brought in so many different restrictions on international travel from last year, because we knew that keeping Canadians safe needed to be our first order of business, not just for the health and safety of Canadians, but for the health and safety of our economy as well. If we want to come roaring back strongly, we need to make sure we are minimizing the disruption and the damage done by cases across this country. In regards to when we're going to get to travel again, when things are going to go back to normal, that's the question we've been asking ourselves every month since last March. When is this going to be over? We're going to keep doing the things that will end it as quickly as possible. And that means staying home, staying safe, getting vaccines here as quickly as possible. What Canada will look like this summer, what Canada will look like this fall, we certainly hope that there will be far fewer restrictions, that we will be able to be back to a more regular life. Whether our international allies and partners will be at that same place is something we're going to have to look at carefully before we reopen international travel, before we get back to normal. We're working in a concerted way, as focused on this as possible, to make sure we get through as quickly as possible, and that's all we can do, and that's what we're continuing to do. We have some of the strictest restrictions on travel of any of our allied countries around the world, and today with these further measures we're announcing even more measures that are going to keep Canadians safe. The mandatory testings on arrival for anyone arriving in only our 4 main international airports. The mandatory wait time in a local approved hotel
for the results of that test, the cancellation of flights to sun destinations and to Mexico. These are things that will significantly reduce the risk of importation of new variants across the country. But we, as always, have a multi-layered approach that works with partners to ensure both feasibility and maximum safety for Canadians in a way that is responsible, and that's exactly the balance that we've struck. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਵੇਂ 에ਅਰਲਾਈਨ ਦੇ ਨਾਲ ਸੰਬੰਧਿਤ ਨਿਯਮਾਂ ਦਾ ਐਲਾਨ ਕੀਤਾ ਹੈ। ਇਹਨਾਂ ਸਾਰੀ ਜੋ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਉਹਨਾਂ ਨੂੰ ਕੈਨੇਡਾ ਦੀਆਂ तमाम 에ਅਰਲਾਈਨਸ ਨੇ ਮਨਜ਼ੂਰ ਕੀਤਾ ਹੈ। ਉਹਨਾਂ ਕਿਹਾ ਹੈ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅਪ੍ਰੈਲ 30 ਤੱਕ ਕੈਰੀਬੀਅਨ ਡੈਸਟੀਨੇਸ਼ਨਸ ਤੇ ਮੈਕਸੀਕੋ ਤੱਕ ਉਡਾਨਾਂ ਬੰਦ ਕੀਤੀਆਂ ਜਾ ਰਹੀਆਂ ਨੇ। ਇਸ ਫੈਸਲੇ ਦਾ ਸਵਾਗਤ ਉਹਨਾਂ ਨੇ ਕੀਤਾ ਹੈ। ਨਾਲ ਦੀ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀਆਂ 에ਅਰਲਾਈਨਸ ਦੀ ਤਾਰੀਫ ਵੀ ਕੀਤੀ ਹੈ। ਫੈਡਰਲ ਸਰਕਾਰ ਅਤੇ ਕੈਨੇਡਾ ਦੀਆਂ ਵੱਡੀਆਂ 에ਅਰਲਾਈਨਸ ਨੇ ਐਲਾਨ ਕੀਤਾ ਹੈ ਕਿ ਮਈ ਦੇ ਤੱਕ ਫਲਾਈਟਸ ਸਸਪੈਂਡ ਕੀਤੀਆਂ ਜਾ ਰਹੀਆਂ ਹਨ। 에ਅਰ ਕੈਨੇਡਾ, ਵੈਸਟ ਜੈਟ, ਸਨਵਿੰਗ ਅਤੇ 에ਅਰ ਟ੍ਰਾਂਜ਼ੈਂਟ ਵੱਲੋਂ ਕੈਰੀਬੀਅਨ ਡੈਸਟੀਨੇਸ਼ਨਸ ਅਤੇ ਮੈਕਸੀਕੋ ਦੇ ਲਈ ਜਨਵਰੀ 21 ਤੋਂ ਅਪ੍ਰੈਲ 30 ਤੱਕ ਸਰਵਿਸਿਜ਼ ਬੰਦ ਕੀਤੀਆਂ ਜਾ ਰਹੀਆਂ ਹਨ। 에ਅਰਲਾਈਨਸ ਦੇ ਬਾਰੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਆਪਣੀ ਰਾਏ ਰੱਖੀ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਬੋਲਦਿਆਂ ਕਿਹਾ ਕਿ ਜੋ ਕੰਮ ਕੈਨੇਡਾ ਦੀਆਂ 에ਅਰਲਾਈਨਸ ਕਰ ਰਹੀਆਂ ਹਨ ਉਹ ਕਾਬਿਲੇ ਤਾਰੀਫ ਹੈ ਅਤੇ 에ਅਰਲਾਈਨਸ ਫਰੰਟ ਲਾਈਨ ਵਾਰੀਅਰਸ ਦੇ ਤੌਰ ਉੱਪਰ ਕੰਮ ਕਰ ਰਹੀਆਂ ਨੇ, ਜਿੱਥੇ ਟਰੈਵਲ ਜਾਣੀ ਕਿ ਯਾਤਰਾ ਨੂੰ ਸੁਖਾਲਾ ਬਣਾਇਆ ਜਾ ਰਿਹਾ ਹੈ। ਦੱਸੀਏ ਕਿ ਕੈਨੇਡਾ ਅੰਦਰ ਮਾਰਚ ਮਹੀਨੇ ਤੋਂ ਹੀ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ ਹੈ। ਹੌਲੀ-ਹੌਲੀ ਜਿਸ ਤਰ੍ਹਾਂ ਚੀਜ਼ਾਂ ਖੁੱਲ ਰਹੀਆਂ ਨੇ ਉੱਥੇ ਕਈ ਤਰ੍ਹਾਂ ਦੀ ਰਾਹਤ ਵੀ ਇਸ 에ਅਰਲਾਈਨਸ ਨੂੰ ਲੈ ਕੇ ਦਿੱਤੀ ਜਾ ਰਹੀ ਹੈ। ਪਰ ਫਿਰ ਵੀ ਕੋਵਿਡ-19 ਦਾ ਜੋ ਨਵਾਂ ਵੇਰੀਐਂਟ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਪਾਇਆ ਗਿਆ ਉਸਨੇ ਸਿਹਤ ਮਾਹਿਰਾਂ ਦੀ ਚਿੰਤਾ ਵਧਾ ਦਿੱਤੀ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਪ੍ਰੀਮੀਅਰ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਕੈਨੇਡਾ ਜਾਣੀ ਕਿ ਫੈਡਰਲ ਸਰਕਾਰ ਇਹਨਾਂ 에ਅਰਲਾਈਨਸ ਦੇ ਬਾਰੇ ਦੇ ਵਿੱਚ ਟਰੈਵਲ ਰੈਸਟ੍ਰਿਕਸ਼ਨਸ ਜਾਰੀ ਕਰੇ। ਉਹਨਾਂ ਵੱਲੋਂ ਵਾਰ-ਵਾਰ ਜਸਟਿਨ ਟਰੂਡੋ ਨੂੰ ਕਿਹਾ ਜਾ ਰਿਹਾ ਸੀ ਕਿ ਨਵੇਂ ਨਿਯਮਾਂ ਦਾ ਐਲਾਨ ਕਰਨ ਤਾਂ ਕਿ ਕੈਨੇਡਾ ਦੇ ਵਿੱਚ ਕੋਵਿਡ-19 ਦੇ ਹਾਲਾਤਾਂ ਦੇ ਉੱਪਰ ਕਾਬੂ ਪਾਇਆ ਜਾ ਸਕੇ। ਇਸੇ ਦੇ ਚੱਲਦਿਆਂ ਹੀ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੋ ਐਲਾਨ ਕੀਤਾ ਗਿਆ ਉਸ ਨੂੰ ਕੈਨੇਡਾ ਦੀਆਂ 에ਅਰਲਾਈਨਸ ਨੇ ਵੀ ਸਪੋਰਟ ਕੀਤਾ ਹੈ, ਜਿਸ ਦੇ ਚੱਲਦਿਆਂ ਉਹਨਾਂ ਨੇ ਆਪਣੀਆਂ ਉਡਾਨਾਂ ਰੋਕਣ ਦਾ ਫੈਸਲਾ ਕੀਤਾ ਹੈ। ਜਿੱਥੇ ਇੱਕ ਪਾਸੇ ਫੈਡਰਲ ਸਰਕਾਰ ਨੇ ਟਰੈਵਲ ਦੇ ਨਾਲ ਸੰਬੰਧਿਤ ਨਵੇਂ ਨਿਯਮ ਜਾਰੀ ਕੀਤੇ ਗਏ ਹਨ, ਉਧਰ ਓਨਟਾਰੀਓ ਦੇ ਵਿੱਚ ਵੀ ਨਵੇਂ ਕਰੋਨਾ ਵਾਇਰਸ ਦੇ ਦੌਰਾਨ ਇੰਟਰਨੈਸ਼ਨਲ ਟਰੈਵਲਰਸ ਦੇ ਉੱਪਰ ਨਿਯਮ ਲਾਗੂ ਕੀਤੇ ਜਾ ਰਹੇ ਨੇ। ਇਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਓਨਟਾਰੀਓ ਹਰ ਆਉਣ ਵਾਲੇ ਦਾ 에ਅਰਪੋਰਟ ਦੇ ਉੱਪਰ ਕਰੋਨਾ ਟੈਸਟ ਕੀਤਾ ਜਾਵੇਗਾ। ਓਨਟਾਰੀਓ ਵੱਲੋਂ ਇੱਕ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ ਉਹਨਾਂ ਵਾਸਤੇ ਜੋ ਓਨਟਾਰੀਓ 에ਅਰਪੋਰਟ ਦੇ ਉੱਪਰ ਯਾਤਰਾ ਕਰਕੇ ਆਉਣਗੇ। ਓਨਟਾਰੀਓ ਦੇ ਵੱਲੋਂ 에ਅਰਪੋਰਟ ਦੇ ਉੱਪਰ ਕਰੋਨਾ ਵਾਇਰਸ ਟੈਸਟ ਨੂੰ ਲਾਜ਼ਮੀ ਕੀਤਾ ਜਾ ਰਿਹਾ ਹੈ। ਓਨਟਾਰੀਓ ਆਉਣ ਵਾਲੇ ਹਰ ਯਾਤਰੀ ਦਾ 에ਅਰਪੋਰਟ ਆਉਣ ਦੇ ਉੱਪਰ ਕਰੋਨਾ ਟੈਸਟ ਕੀਤਾ ਜਾਵੇਗਾ। ਦੱਸੀਏ ਕਿ ਪ੍ਰੀਮੀਅਰ ਡਗ ਫੋਰਡ ਵੱਲੋਂ ਲਗਾਤਾਰ ਫੈਡਰਲ ਸਰਕਾਰ ਤੋਂ ਮੈਂਡੇਟਰੀ ਟੈਸਟਿੰਗ ਦੇ ਲਈ ਅਪੀਲ ਕੀਤੀ ਜਾਂਦੀ ਰਹੀ ਹੈ। ਉਹ ਲਗਾਤਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਮੰਗ ਕਰਦੇ ਰਹੇ ਹਨ ਕਿ ਇੰਟਰਨੈਸ਼ਨਲ ਟਰੈਵਲ ਦੇ ਨਾਲ ਸੰਬੰਧਿਤ ਪਾਬੰਦੀਆਂ ਦਾ ਐਲਾਨ ਕੀਤਾ ਜਾਵੇ। ਅੱਜ ਇਹ ਪਾਬੰਦੀਆਂ ਲਾਗੂ ਵੀ ਕਰ ਦਿੱਤੀਆਂ ਗਈਆਂ ਨੇ। ਇਹ ਮੰਗ ਲਗਾਤਾਰ ਇਸ ਕਰਕੇ ਵੱਖ-ਵੱਖ ਪ੍ਰੀਮੀਅਰਸ ਵੱਲੋਂ ਕੀਤੀ ਜਾ ਰਹੀ ਸੀ ਤਾਂ ਕਿ ਕਰੋਨਾ ਵੇਰੀਐਂਟ ਦੇ ਫੈਲਾਅ ਤੋਂ ਕੈਨੇਡਾ ਨੂੰ ਬਚਾਇਆ ਜਾ ਸਕੇ। My friends, we've made a lot of progress in our fight against COVID-19. The curve is bending, but as Dr. Brown made crystal clear yesterday, we can't take anything for granted. Not when new, highly contagious strains of the virus have entered our country. If these new strains take hold, the consequences will be dire. The sacrifices each Ontarian is making, they've been for nothing. The time for decisive action is now. The past Boxing Day, we confirmed the first case of the UK variant of COVID-19 in Ontario. Since then, we've identified 51 more cases in the province. And we've seen how devastating the variant can be, how much more quickly it can spread. My heart goes out to the residents and families impacted by this terrible virus. My friends, I've sounded the alarm bell before. I stood at this podium and said it's not a matter of if these new variants will come to Ontario, but when. Through our voluntary airport testing pilot program, we've already identified 5 variant cases. These are 5 cases that could have otherwise gone unnoticed.
5 cases that could have infected others. I welcome the new measures announced by the federal government today. We've been calling for stronger measures at the border for months. And it's great to see that Prime Minister Trudeau listened to us. They'll be requiring mandatory testing for all incoming international travelers, putting in place stronger quarantine requirements and isolation measures, and suspending flights to some destinations until April. However, it looks like these new measures won't be fully in place until a few weeks from now. That's a few weeks too long. That's why today our government is taking swift and decisive action. We're releasing a 6-point plan to stop the spread of COVID-19 variants. This plan will act as a first line of defense against new variants of this virus. As part of this plan, Ontario's Chief Medical Officer of Health will issue a Section 22 order to require mandatory testing for all incoming international travelers at Pearson Airport effective Monday at noon. And as soon as possible, we will have additional testing measures at land border crossings. I want to thank the GTAA for stepping up to support this new measure at Pearson Airport. They've been amazing partners, and thank you again. Mandatory testing will serve as a stopgap until the new federal measures are fully in place, because we can't take any chances. We need to screen every single person who's coming into the country and into Ontario for these new variants. For the sake of our long-term care homes, schools, and hospitals, for the sake of everyone. Thank you, and God bless the people of Ontario. Now I'll hand it over to Minister Elliott. ਇੱਕ ਚੰਗੀ ਖਬਰ ਸਾਹਮਣੇ ਆਈ ਹੈ ਕਿ ਕੈਨੇਡਾ ਵੱਲੋਂ ਇੱਕ ਹੋਰ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਐਸਟ੍ਰਾਜੈਨੇਕਾ ਦੇ ਵੈਕਸੀਨ ਨੂੰ ਹਰੀ ਝੰਡੀ ਹੈਲਥ ਕੈਨੇਡਾ ਦੇ ਸਕਦਾ ਹੈ। ਇਸ ਦੇ ਉੱਪਰ ਉਹਨਾਂ ਵੱਲੋਂ ਰਿਵਿਊ ਕੀਤਾ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਅਕਤੂਬਰ 1 ਤੋਂ ਹੀ ਹੋ ਗਈ ਸੀ। ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਅੰਦਰ ਐਸਟ੍ਰਾਜੈਨੇਕਾ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਮਿਲ ਸਕਦੀ ਹੈ। ਹੈਲਥ ਕੈਨੇਡਾ ਵੱਲੋਂ ਇਸ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ। ਯੂਰਪ ਦੇ ਵਿੱਚ ਇਸ ਐਸਟ੍ਰਾਜੈਨੇਕਾ ਟੀਕੇ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਵਾਰੀ ਕੈਨੇਡਾ ਦੀ ਹੈ, ਜਿਸ ਉੱਪਰ ਆਉਣ ਵਾਲੇ ਦਿਨਾਂ ਦੌਰਾਨ ਫੈਸਲਾ ਆਵੇਗਾ ਕਿ ਹੈਲਥ ਕੈਨੇਡਾ ਨੇ ਮਨਜ਼ੂਰੀ ਦਿੱਤੀ ਹੈ ਜਾਂ ਫਿਰ ਨਹੀਂ। ਦੱਸ ਦਈਏ ਕਿ ਅਕਤੂਬਰ 1 ਤੋਂ ਹੀ ਇਸ ਟੀਕੇ ਨੂੰ ਰਿਵਿਊ ਕੀਤਾ ਜਾ ਰਿਹਾ ਹੈ। ਹੈਲਥ ਕੈਨੇਡਾ ਨੇ ਇਸ ਦੇ ਬਾਰੇ ਵਿੱਚ ਆਪਣੀ ਸਟੇਟਮੈਂਟ ਸਾਂਝੀ ਕੀਤੀ ਹੈ। ਕੈਨੇਡਾ ਵੱਲੋਂ ਕਈ ਇੰਟਰਨੈਸ਼ਨਲ ਰੈਗੂਲੇਟਰਸ ਦੇ ਨਾਲ ਨੇੜੇ ਤੋਂ ਵੈਕਸੀਨ ਨੂੰ ਮਨਜ਼ੂਰ ਕਰਨ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਜੇਕਰ ਕੈਨੇਡਾ ਦੇ ਵਿੱਚ ਇਸ ਟੀਕੇ ਨੂੰ ਜਾਣੀ ਕਿ ਐਸਟ੍ਰਾਜੈਨੇਕਾ ਦੇ ਟੀਕੇ ਨੂੰ ਅਪਰੂਵਲ ਮਿਲਦਾ ਹੈ ਤਾਂ 20 ਮਿਲੀਅਨ ਡੋਜ਼ਸ ਦੀ ਡੀਲ ਕੀਤੀ ਜਾਵੇਗੀ, ਜੋ 2021 ਤੱਕ ਡਿਲੀਵਰ ਹੋਣਗੀਆਂ। ਪਰ ਫੈਡਰਲ ਸਰਕਾਰ ਨੇ ਵੈਕਸੀਨ ਸਪਲਾਈ ਟੇਬਲ ਜੋ ਸਾਂਝਾ ਕੀਤਾ ਹੈ ਉਸ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਫਾਈਜ਼ਰ ਅਤੇ ਮੋਡਰਨਾ ਦਾ ਟੀਕਾ ਲਗਾਇਆ ਜਾ ਰਿਹਾ ਹੈ। ਕੁਝ ਸਮੇਂ ਦੇ ਲਈ ਇਸ ਦੀ ਡਿਲੀਵਰੀ ਦੇ ਵਿੱਚ ਡਿਲੇ ਹੋ ਗਿਆ ਹੈ, ਜਿਸ ਦੇ ਬਾਰੇ ਵਿੱਚ ਜਾਣਕਾਰੀ ਸਮੇਂ-ਸਮੇਂ ਦੇ ਉੱਪਰ ਫੈਡਰਲ ਸਰਕਾਰ ਵੀ ਸਾਂਝੀ ਕਰ ਰਹੀ ਹੈ। ਉਹਨਾਂ ਕਿਹਾ ਕਿ ਉਮੀਦ ਹੈ ਕਿ ਜਲਦ ਹੀ ਇਹ ਸਭ ਕੁਝ ਨਾਰਮਲ ਹੋ ਜਾਵੇਗਾ। ਦੱਸ ਦਈਏ ਕਿ ਦਸੰਬਰ 9 ਨੂੰ ਕੈਨੇਡਾ ਦੇ ਵਿੱਚ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਸੀ। ਉਸ ਤੋਂ ਬਾਅਦ ਦਸੰਬਰ 23 ਨੂੰ ਮੋਡਰਨਾ ਨੂੰ ਵੀ ਹਰੀ ਝੰਡੀ ਦਿੱਤੀ ਗਈ, ਜਿਸ ਤੋਂ ਬਾਅਦ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਕੋਵਿਡ-19 ਵੈਕਸੀਨ ਦੀ ਸ਼ੁਰੂਆਤ ਹੋਈ ਹੈ ਤੇ ਕੈਨੇਡਾ ਦੇ ਵਿੱਚ ਫਰੰਟ ਲਾਈਨ ਵਾਰੀਅਰਸ ਨੂੰ ਜਾਣੀ ਕਿ ਵਰਕਰਸ ਨੂੰ ਇਹ ਟੀਕੇ ਲਗਾਏ ਜਾ ਰਹੇ ਹਨ। ਮੈਨੀਟੋਬਾ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ ਹੈ। ਮੈਨੀਟੋਬਾ ਨੇ ਜੋ ਨਵਾਂ ਆਪਣਾ ਜਨਵਰੀ 28 ਨੂੰ PNP ਡਰਾਅ ਕੱਢਿਆ ਹੈ, ਉਸ ਦੇ ਤਹਿਤ 218 ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਕੈਨੇਡਾ ਵੱਲੋਂ ਆਪਣੇ ਨਵੇਂ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਇਹ ਟੀਚਾ ਰੱਖਿਆ ਗਿਆ ਹੈ ਕਿ ਸਾਲਾਨਾ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ ਤੇ ਅਜਿਹੇ ਵਿੱਚ ਕਾਫੀ ਜ਼ਿਆਦਾ ਡਰਾਅ ਇਸ ਸਾਲ ਕੱਢੇ ਜਾਣਗੇ। ਇਹ ਉਮੀਦ ਜਤਾਈ ਜਾ ਰਹੀ ਹੈ। ਇਸ ਮਹੀਨੇ ਦਾ ਮੈਨੀਟੋਬਾ ਦਾ ਇਹ ਦੂਸਰਾ ਡਰਾਅ ਹੈ, ਜਿਸ ਦਾ ਐਲਾਨ ਉਹਨਾਂ ਨੇ ਕੀਤਾ। ਮੈਨੀਟੋਬਾ ਵੱਲੋਂ ਆਪਣੇ ਨਵੇਂ PNP ਡਰਾਅ ਦਾ ਐਲਾਨ ਕੀਤਾ ਗਿਆ। ਇਹ ਡਰਾਅ ਜਨਵਰੀ 28 ਨੂੰ ਕੱਢਿਆ ਗਿਆ। ਮੈਨੀਟੋਬਾ ਵੱਲੋਂ ਇਸ ਨਵੇਂ ਡਰਾਅ ਦੇ ਵਿੱਚ 218 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਤਹਿਤ ਸੱਦੇ ਜਾਰੀ ਕੀਤੇ। ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦਾ ਇਹ ਇਸ ਮਹੀਨੇ ਦਾ ਦੂਸਰਾ ਡਰਾਅ ਹੈ, ਜਿਸ ਦੇ ਤਹਿਤ ਸਕਿਲਡ ਵਰਕਰਸ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਸੱਦੇ ਜਾਰੀ ਕੀਤੇ ਗਏ ਹਨ। ਇਹ ਇਨਵੀਟੇਸ਼ਨ 3 ਇਮੀਗ੍ਰੇਸ਼ਨ ਸਟਰੀਮਸ ਦੇ ਤਹਿਤ ਜਾਰੀ ਕੀਤੇ ਗਏ, ਜੋ ਹਨ ਸਕਿਲਡ ਵਰਕਰਸ ਇਨ ਮੈਨੀਟੋਬਾ, ਇੰਟਰਨੈਸ਼ਨਲ ਐਜੂਕੇਸ਼ਨ ਸਿਸਟਮ ਅਤੇ ਸਕਿਲਡ ਵਰਕਰਸ ਓਵਰਸੀਜ਼। ਇਨਵੀਟੇਸ਼ਨਸ ਨੂੰ ਲੈਟਰ ਆਫ ਐਡਵਾਈਸ ਟੂ ਅਪਲਾਈ ਵੀ ਕਿਹਾ ਜਾਂਦਾ ਹੈ। ਇਸ ਨੂੰ ਹਾਸਲ ਕਰਨ ਦੇ ਲਈ ਐਕਸਪ੍ਰੈਸ਼ਨ ਆਫ ਇੰਟਰਸਟ ਸਕੋਰਸ ਦੀ ਜ਼ਰੂਰਤ ਹੁੰਦੀ ਹੈ।
ਸਕਿਲਡ ਵਰਕਰਸ ਇਨ ਮੈਨੀਟੋਬਾ ਦੇ ਵਾਸਤੇ 518 ਸਕੋਰਸ, ਸਕਿਲਡ ਵਰਕਰਸ ਓਵਰਸੀਜ਼ ਦੇ ਲਈ 681 ਸਕੋਰਸ, ਇੰਟਰਨੈਸ਼ਨਲ ਐਜੂਕੇਸ਼ਨ ਸਿਸਟਮ ਦੇ ਵਾਸਤੇ ਕਿਸੇ ਵੀ EOI ਸਕੋਰ ਦੀ ਜ਼ਰੂਰਤ ਨਹੀਂ ਹੁੰਦੀ ਹੈ। ਜੋ 218 LLAs ਜਾਰੀ ਕੀਤੇ ਗਏ ਹਨ, ਉਹਨਾਂ ਦੇ ਵਿੱਚੋਂ 13 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਮਿਲੇ। MPNP ਨੇ ਕਿਹਾ ਹੈ ਕਿ ਜੇਕਰ ਕਿਸੇ ਉਮੀਦਵਾਰ ਦੇ ਕੋਲ ਵੈਲਿਡ ਐਕਸਪ੍ਰੈਸ ਐਂਟਰੀ ਆਇਡੈਂਟੀਟੀ ਨਹੀਂ ਹੋਵੇਗੀ ਤਾਂ ਉਸ ਨੂੰ ਰਿਫਿਊਜ਼ ਕੀਤਾ ਜਾਵੇਗਾ। ਸੋ ਕੈਨੇਡਾ ਦੇ ਵੱਲੋਂ ਸਮੇਂ-ਸਮੇਂ ਦੇ ਉੱਪਰ PNP ਅਤੇ ਐਕਸਪ੍ਰੈਸ ਐਂਟਰੀ ਡਰਾਅ ਕੱਢੇ ਜਾ ਰਹੇ ਹਨ। ਕੈਨੇਡਾ ਵੱਲੋਂ ਨਵੇਂ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਇਹ ਟੀਚਾ ਰੱਖਿਆ ਗਿਆ ਹੈ ਕਿ ਸਾਲਾਨਾ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। ਪਿਛਲੇ ਸਾਲ ਦਾ ਟੀਚਾ ਵੀ ਪੂਰਾ ਨਹੀਂ ਹੋਇਆ ਤੇ ਇਸ ਦੇ ਕਰਕੇ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਵੱਧ ਤੋਂ ਵੱਧ ਡਰਾਅ ਕੱਢੇ ਜਾਣਗੇ ਤਾਂ ਕਿ ਇਸ ਸਾਲ ਦਾ ਟੀਚਾ ਜਿਹੜਾ ਹੈ ਉਸ ਨੂੰ ਪੂਰਾ ਕੀਤਾ ਜਾ ਸਕੇ। ਕਰੋਨਾ ਟੀਕੇ ਦੇ ਨਾਲ ਸੰਬੰਧਿਤ ਕੈਨੇਡਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਨਰਸ ਨੇ ਕਰੋਨਾ ਵੈਕਸੀਨ ਦਾ ਦੂਸਰਾ ਡੋਜ਼ ਲਗਵਾਇਆ, ਉਸ ਤੋਂ ਬਾਅਦ ਉਹ ਕੋਵਿਡ ਪੋਜ਼ਿਟਿਵ ਪਾਇਆ ਗਿਆ। ਇਸ ਦੇ ਬਾਰੇ ਵਿੱਚ ਆਪਣੀਆਂ ਭਾਵਨਾਵਾਂ ਵੀ ਸਾਂਝੀਆਂ ਕੀਤੀਆਂ ਗਈਆਂ। ਉਸਨੇ ਕਿਹਾ ਕਿ ਜਿਉਂ ਹੀ ਉਸਨੂੰ ਪਤਾ ਲੱਗਿਆ ਕਿ ਉਹ ਕੋਵਿਡ ਪੋਜ਼ਿਟਿਵ ਪਾਇਆ ਗਿਆ ਹੈ ਤੇ ਉਹ ਕੁਝ ਸਮਾਂ ਬੋਲ ਨਹੀਂ ਸਕਿਆ ਕਿਉਂਕਿ ਉਸਨੇ ਸਾਰੇ ਪ੍ਰੋਟੋਕਾਲਸ ਵੀ ਮੰਨੇ ਸਨ। ਪਹਿਲਾਂ ਉਸਨੂੰ ਕੋਵਿਡ ਦਾ ਪਹਿਲਾ ਸ਼ਾਟ ਲਗਾਇਆ ਗਿਆ ਸੀ, ਉਸ ਤੋਂ ਬਾਅਦ ਦੂਸਰਾ ਡੋਜ਼ ਵੀ ਉਸਨੇ ਲਿਆ ਸੀ, ਪਰ ਇਸ ਦੇ ਚੱਲਦਿਆਂ ਵੀ ਜਦੋਂ ਉਸਦਾ ਰੂਟੀਨ ਚੈੱਕਅਪ ਕੀਤਾ ਗਿਆ ਤਾਂ ਉਹ ਕਰੋਨਾ ਵਾਇਰਸ ਦਾ ਸ਼ਿਕਾਰ ਪਾਇਆ ਗਿਆ। ਔਟਵਾ ਤੋਂ ਕਰੋਨਾ ਟੀਕਾ ਲਗਵਾਉਣ ਵਾਲੇ ਨਰਸ ਦੇ ਕੋਵਿਡ ਪੋਜ਼ਿਟਿਵ ਹੋਣ ਦਾ ਮਾਮਲਾ ਸਾਹਮਣੇ ਆਇਆ। ਔਟਵਾ ਨਰਸ ਨੇ ਕਿਹਾ ਕਿ ਉਹ ਸਪੀਚਲੈਸ ਹੋ ਗਿਆ ਜਦੋਂ ਉਸਨੂੰ ਇਹ ਪਤਾ ਚੱਲਿਆ ਕਿ ਉਹ ਕੋਵਿਡ ਪੋਜ਼ਿਟਿਵ ਹੈ। ਕੁਝ ਦਿਨ ਪਹਿਲਾਂ ਹੀ ਉਸਨੇ ਕਰੋਨਾ ਟੀਕੇ ਦਾ ਦੂਸਰਾ ਡੋਜ਼ ਲਗਵਾਇਆ ਸੀ। ਉਸਨੇ ਕਿਹਾ ਕਿ ਜਦੋਂ ਮੈਨੇਜਰ ਨੇ ਦੱਸਿਆ ਕਿ ਉਹ ਕਰੋਨਾ ਪੋਜ਼ਿਟਿਵ ਪਾਇਆ ਗਿਆ ਹੈ ਤਾਂ ਕੁਝ ਦੇਰ ਉਹ ਬੋਲ ਨਹੀਂ ਸਕਿਆ। ਇਹ ਨਰਸ ਜੋ ਕੋਵਿਡ ਪੋਜ਼ਿਟਿਵ ਪਾਇਆ ਗਿਆ, ਇਸ ਦਾ ਨਾਮ ਸੰਤੋਸ਼ ਹੈ। ਸੰਤੋਸ਼ ਔਟਵਾ ਦੇ ਉਹਨਾਂ ਫਰੰਟ ਲਾਈਨ ਵਾਰੀਅਰਸ ਦੇ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਫਾਈਜ਼ਰ ਵੈਕਸੀਨ ਲਗਾਈ ਗਈ ਹੈ। ਜਾਣਕਾਰੀ ਅਨੁਸਾਰ ਉਸਨੇ ਪਹਿਲਾ ਸ਼ਾਟ ਦਸੰਬਰ 28, 2020 ਨੂੰ ਲਗਵਾਇਆ ਸੀ ਅਤੇ ਸੈਕੰਡ ਡੋਜ਼ ਜਨਵਰੀ 8 ਨੂੰ ਉਸ ਨੂੰ ਦਿੱਤਾ ਗਿਆ। ਇੰਜੈਕਸ਼ਨ ਲਗਵਾਉਣ ਦੇ ਕੁਝ ਦਿਨ ਬਾਅਦ ਜਦੋਂ ਜਨਵਰੀ 13 ਨੂੰ ਉਸ ਦਾ ਰੂਟੀਨ ਟੈਸਟ ਹੋਇਆ ਤਾਂ ਉਸ ਦਾ ਰਿਜ਼ਲਟ ਨੈਗੇਟਿਵ ਆਇਆ। ਫਿਰ ਇੱਕ ਹਫ਼ਤੇ ਬਾਅਦ ਉਸ ਦਾ ਰੂਟੀਨ ਟੈਸਟ ਹੋਇਆ ਜੋ ਕਿ ਜਨਵਰੀ 20 ਨੂੰ ਹੋਇਆ। ਉਸ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਉਹ ਕੋਵਿਡ ਪੋਜ਼ਿਟਿਵ ਹੈ। ਉਸਨੇ ਕਿਹਾ ਕਿ ਉਹ ਹਮੇਸ਼ਾ ਆਪਣੇ ਕੰਮ ਵਾਲੀ ਥਾਂ ਦੇ ਉੱਪਰ ਸਾਰੇ ਕਰੋਨਾ ਨਿਯਮਾਂ ਦਾ ਯਾਨੀ ਕਿ ਪ੍ਰੋਟੋਕਾਲਸ ਦਾ ਪਾਲਣ ਕਰਦਾ ਹੈ। ਉਸ ਨੂੰ ਨਹੀਂ ਪਤਾ ਕਿ ਉਸ ਕੋ ਕੀ ਭੁੱਲ ਹੋਈ ਹੈ ਜੋ ਉਹ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਗਿਆ। ਉਸਨੇ ਇਸ ਦੌਰਾਨ ਆਪਣੇ ਮਨ ਦੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਜਿਸ ਦੇ ਵਿੱਚ ਉਹਨੇ ਦੱਸਿਆ ਕਿ ਜਦੋਂ ਹੀ ਉਸ ਨੂੰ ਪਤਾ ਲੱਗਾ ਕਿ ਉਹ ਕਰੋਨਾ ਪੋਜ਼ਿਟਿਵ ਪਾਇਆ ਗਿਆ, ਉਹ ਵੀ ਕਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਤਾਂ ਉਹ ਕੁਝ ਸਮਾਂ ਬੋਲ ਹੀ ਨਹੀਂ ਸਕਿਆ, ਯਾਨੀ ਕਿ ਉਹ ਸਪੀਚਲੈਸ ਹੋ ਗਿਆ। ਟੋਰਾਂਟੋ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 2 ਘਰ ਅੱਗ ਦਾ ਸ਼ਿਕਾਰ ਹੋ ਗਏ। ਇਸ ਦੌਰਾਨ 4 ਜਾਣਿਆਂ ਦੀ ਮੌਤ ਹੋਈ ਹੈ। ਖਬਰ ਸਾਂਝੀ ਕੀਤੀ ਗਈ ਹੈ। ਫਾਇਰ ਫਾਈਟਰਸ ਨੇ ਵੀ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਠੰਡ ਦੇ ਮੌਸਮ ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਹੋਈ। 5 ਜਾਣਿਆਂ ਨੂੰ ਉਹਨਾਂ ਨੇ ਬਾਹਰ ਕੱਢਿਆ ਜਿਨ੍ਹਾਂ ਚੋਂ 4 ਦੀ ਮੌਤ ਹੋ ਗਈ। ਇੱਕ ਜਾਣੇ ਨੇ ਖੁਦ ਆਪਣੀ ਜਾਨ ਬਚਾਉਣ ਦੇ ਲਈ ਘਰ ਦੀ ਖਿੜਕੀ ਤੋਂ ਜਾਣੀ ਕਿ ਤਾਕੀ ਤੋਂ ਛਾਲ ਮਾਰੀ। 2 ਜਾਣੇ ਇਸ ਸਮੇਂ ਹਸਪਤਾਲ ਦੇ ਵਿੱਚ ਨੇ। ਇੱਕ ਦੀ ਸਥਿਤੀ ਖਤਰੇ ਤੋਂ ਬਾਹਰ ਹੈ ਤੇ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਦੌਰਾਨ ਫਾਇਰ ਫਾਈਟਰਸ ਵੀ ਜ਼ਖਮੀ ਹੋਏ ਨੇ ਪਰ ਮਰਨ ਵਾਲਿਆਂ ਦੀ ਤੇ ਜ਼ਖਮੀ ਹੋਣ ਵਾਲਿਆਂ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਮਾਮਲਾ ਟੋਰਾਂਟੋ ਤੋਂ ਸਾਹਮਣੇ ਆਇਆ ਜਿੱਥੇ 2 ਘਰ ਅੱਗ ਦੀ ਭੇਟ ਚੜ੍ਹ ਗਏ। ਇਸ ਘਟਨਾ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਕਾਕਸਵੈਲ ਐਵੀਨਿਊ ਅਤੇ ਈਸਟਵੁੱਡ ਰੋਡ ਦੇ ਉੱਪਰ ਵਾਪਰਿਆ। ਤੜਕੇ 5 ਵਜੇ ਤੋਂ ਪਹਿਲਾਂ ਫਾਇਰ ਕਰੂ ਇੱਥੇ ਪਹੁੰਚਿਆ। ਦੱਸਿਆ ਜਾ ਰਿਹਾ ਹੈ ਕਿ ਘਰ ਦਾ ਸੈਕੰਡ ਫਲੋਰ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ। ਇਹ ਅੱਗ ਇੱਕ ਘਰ ਤੋਂ ਦੂਜੇ ਘਰ ਤੱਕ ਪਹੁੰਚੀ ਕਿਉਂਕਿ ਇਹ ਦੋਹੇ ਘਰ ਆਪਸ ਦੇ ਵਿੱਚ ਜੁਆਇੰਟ ਸਨ। ਟੋਰਾਂਟੋ ਫਾਇਰ ਸਰਵਿਸਿਜ਼ ਡਿਸਟ੍ਰਿਕਟ ਚੀਫ ਨੇ ਦੱਸਿਆ ਹੈ ਕਿ ਇੱਕ ਘਰ ਦੇ ਵਿੱਚ ਰਹਿਣ ਵਾਲਾ ਵਿਅਕਤੀ ਘਰ ਦੀ ਤਾਕੀ ਤੋਂ ਛਾਲ ਮਾਰਦਾ ਦੇਖਿਆ ਗਿਆ। 5 ਜਾਣਿਆਂ ਨੂੰ ਬਾਹਰ ਕੱਢਿਆ ਗਿਆ ਜਿਨ੍ਹਾਂ ਦੇ ਵਿੱਚੋਂ 4 ਦੀ ਮੌਤ ਹੋ ਗਈ। ਇਸ ਘਟਨਾ ਦੇ ਵਿੱਚ 2 ਜਾਣੇ ਜ਼ਖਮੀ ਹੋਏ ਹਨ ਜੋ ਹਸਪਤਾਲ ਦੇ ਵਿੱਚ ਹਨ ਜਿਹੜੇ ਕਿ ਇਸ ਸਮੇਂ ਇਲਾਜ ਅਧੀਨ ਹਨ। ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਦੂਸਰੇ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਸ ਮਾਮਲੇ ਦੇ ਵਿੱਚ ਜ਼ਖਮੀ ਹੋਣ ਵਾਲੇ ਅਤੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੀ ਪਹਿਚਾਣ ਅਜੇ ਸਾਂਝੀ ਨਹੀਂ ਕੀਤੀ ਗਈ, ਜਾਣੀ ਕਿ ਆਈਡੈਂਟੀਟੀ ਰਿਵੀਲ ਨਹੀਂ ਕੀਤੀ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜੋ ਫਾਇਰ ਫਾਈਟਰਸ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਉਹਨਾਂ ਨੂੰ ਵੀ ਸੱਟਾਂ ਲੱਗੀਆਂ ਹਨ ਪਰ ਇਹਨਾਂ ਨੂੰ ਹਲਕੀਆਂ ਸੱਟਾਂ ਹੀ ਆਈਆਂ ਨੇ। ਅਜੇ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ। ਇਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਹ ਜ਼ਰੂਰ ਸਾਂਝਾ ਕੀਤਾ ਗਿਆ ਹੈ ਕਿ ਇਹ ਅੱਗ ਕਾਫੀ ਜ਼ਿਆਦਾ ਭਿਅੰਕਰ ਸੀ। ਠੰਡ ਦਾ ਮੌਸਮ ਹੋਣ ਕਰਕੇ ਇਸ ਨੂੰ ਕਾਬੂ ਕਰਨ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਵੀ ਆਈ ਹੈ।
ਹਾਲ ਹੀ ਦੇ ਵਿੱਚ ਇੱਕ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਸੀ, ਜਿਸ ਦੇ ਵਿੱਚ ਦੱਸਿਆ ਸੀ ਕਿ ਇੱਕ ਜੋੜਾ ਕੋਵਿਡ ਵਾਇਰਸ ਦਾ ਟੀਕਾ ਲਗਵਾਉਣ ਦੇ ਵਾਸਤੇ ਯੂਕੌਨ ਗਿਆ। ਪਰ ਜੋ ਇਸ ਦੇ ਵਿੱਚ ਵਿਅਕਤੀ ਸੀ ਉਸ ਨੂੰ ਇਹ ਇੰਨਾ ਭਾਰੀ ਪਿਆ ਹੈ ਝੂਠ ਬੋਲ ਕੇ ਟੀਕਾ ਲਗਵਾਉਣਾ ਕਿ ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਦਰਅਸਲ ਇੱਕ ਕੰਪਨੀ ਕਸੀਨੋ ਕੰਪਨੀ ਦਾ ਇਹ CEO ਹੈ, ਜਿਸ ਦੇ ਚੱਲਦਿਆਂ ਹੁਣ ਆਪਣਾ ਅਹੁਦਾ ਇਸ ਨੂੰ ਛੱਡਿਆ ਪਿਆ ਹੈ। ਕੰਪਨੀ ਵੱਲੋਂ ਵੀ ਉਸ ਦੇ ਉੱਪਰ ਦਬਾਅ ਬਣਾਇਆ ਜਾ ਰਿਹਾ ਸੀ, ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਇਸ ਦੇ ਵਿੱਚ ਕੰਪਨੀ ਦੇ ਨਾਮ ਦੇ ਉੱਪਰ ਕਿਸੇ ਵੀ ਤਰੀਕੇ ਦਾ ਐਲੀਗੇਸ਼ਨ ਜਿਹੜਾ ਹੈ ਉਹ ਲੱਗੇ। ਲਗਭਗ ਸਾਰੇ ਦੇਸ਼ਾਂ ਦੇ ਵਿੱਚ ਕਰੋਨਾ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ, ਪਰ ਇਸ ਟੀਕੇ ਦੇ ਨਾਲ ਸੰਬੰਧਿਤ ਕਈ ਮਾਮਲੇ ਸਾਹਮਣੇ ਆਉਂਦੇ ਹਨ। ਬਹੁਤ ਚੰਗੇ ਪੱਖ ਵੀ ਸਾਹਮਣੇ ਆ ਰਹੇ ਨੇ, ਪਰ ਕੁਝ ਅਜਿਹੀਆਂ ਖਬਰਾਂ ਵੀ ਆ ਰਹੀਆਂ ਨੇ ਜਿਸ ਵਿੱਚ ਕਰੋਨਾ ਟੀਕੇ ਦੇ ਨਾਮ ਦੇ ਉੱਪਰ ਧੋਖਾਧੜੀ ਕੀਤੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਕੈਨੇਡਾ ਦੇ ਵਿੱਚੋਂ ਸਾਹਮਣੇ ਆਇਆ, ਜਿੱਥੇ ਕੰਪਨੀ ਦੇ CEO ਨੇ ਝੂਠ ਬੋਲ ਕੇ ਕਰੋਨਾ ਟੀਕਾ ਲਗਵਾਇਆ, ਪਰ ਅਜਿਹਾ ਕਰਨਾ ਉਸ ਨੂੰ ਕਾਫੀ ਮਹਿੰਗਾ ਪਿਆ। ਹਾਲ ਹੀ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਇੱਕ ਜੋੜਾ ਯੂਕੌਨ ਦੇ ਵਿੱਚ ਗਿਆ ਕੋਵਿਡ-19 ਦਾ ਪਹਿਲਾ ਡੋਜ਼ ਲਗਵਾਉਣ ਦੇ ਵਾਸਤੇ, ਪਰ ਕੈਨੇਡਾ ਵਾਪਸ ਆਉਣ ਦੇ ਉੱਪਰ ਉਹਨਾਂ ਨੂੰ ਕਿਹਾ ਗਿਆ ਹੈ ਕਿ ਹੁਣ ਉਹਨਾਂ ਨੂੰ ਦੂਸਰੇ ਡੋਜ਼ ਦੇ ਲਈ ਇੰਤਜ਼ਾਰ ਕਰਨਾ ਪਵੇਗਾ। ਟੀਕਾ ਲਗਵਾਉਣ ਵਾਲਾ ਵਿਅਕਤੀ ਇੱਕ ਬਹੁਤ ਵੱਡੀ ਕਸੀਨੋ ਕੰਪਨੀ ਦਾ CEO ਨਿਕਲਿਆ ਹੈ। ਇਸ ਵੱਲੋਂ ਝੂਠ ਬੋਲ ਕੇ ਟੀਕਾ ਲਗਵਾਇਆ ਗਿਆ ਤੇ ਹੁਣ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇਣਾ ਪਿਆ ਹੈ। ਰਿਪੋਰਟ ਦੇ ਮੁਤਾਬਕ ਬੇਕਰ ਸਾਲ 2011 ਤੋਂ ਕੈਨੇਡੀਅਨ ਕਸੀਨੋ ਕੰਪਨੀ ਦਾ CEO ਹੈ। ਉਸਨੇ ਕਰੋਨਾ ਵੈਕਸੀਨ ਦੀ ਖੁਰਾਕ ਦੇ ਲਈ ਐਮਰਜੈਂਸੀ ਨਿਯਮਾਂ ਨੂੰ ਤੋੜਿਆ ਅਤੇ ਯੂਕੌਨ ਦੇ ਵਿੱਚ ਜਾ ਕੇ ਕੋਵਿਡ-19 ਦਾ ਪਹਿਲਾ ਸ਼ਾਟ ਲਗਵਾਇਆ। ਉਸ ਦੇ ਨਾਲ ਉਸ ਦੀ ਪਤਨੀ ਵੀ ਗਈ, ਜਿਸ ਨੇ ਕਰੋਨਾ ਦਾ ਇਹ ਡੋਜ਼ ਲਗਵਾਇਆ ਸੀ। ਇਹਨਾਂ ਦੋਹਾਂ ਦੇ ਉੱਪਰ ਐਮਰਜੈਂਸੀ ਦੇ ਨਿਯਮਾਂ ਦਾ ਉਲੰਘਣ ਕਰਨ ਦਾ ਦੋਸ਼ ਲੱਗਿਆ ਹੈ। ਇਹ ਦੋਵੇਂ ਯੂਕੌਨ ਦੀ ਰਾਜਧਾਨੀ ਦੇ ਵਿੱਚ 19 ਜਨਵਰੀ ਨੂੰ ਪਹੁੰਚੇ। ਉਹਨਾਂ ਨੇ 15 ਦਿਨਾਂ ਦੇ ਇਕਾਂਤਵਾਸ ਜਾਣੀ ਕਿ ਕੁਆਰੰਟੀਨ ਦੇ ਨਿਯਮ ਨੂੰ ਤੋੜਦੇ ਹੋਏ 2 ਦਿਨਾਂ ਬਾਅਦ ਹੀ ਬੇਬਰ ਕ੍ਰੀਕ ਦੀ ਯਾਤਰਾ ਕੀਤੀ। ਇੰਨਾ ਹੀ ਨਹੀਂ, ਉਹਨਾਂ ਨੇ ਇੱਕ ਸਥਾਨਕ ਹੋਟਲ ਦੇ ਕਰਮਚਾਰੀ ਹੋਣ ਦਾ ਦਾਅਵਾ ਕਰਕੇ ਕਰੋਨਾ ਵੈਕਸੀਨ ਲਗਵਾਈ। ਇਸ ਮਗਰੋਂ ਕਸੀਨੋ ਨੇ CEO ਨੂੰ ਨੌਕਰੀ ਤੋਂ ਕੱਢ ਦਿੱਤਾ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਅਹੁਦਾ ਸੰਭਾਲਦਿਆਂ ਜੋ ਬਾਈਡਨ ਨੇ ਐਕਸ਼ਨ ਮੋਡ ਵਿੱਚ ਆਉਂਦਿਆਂ ਕਰੋਨਾ ਵਾਇਰਸ ਨੂੰ ਕਾਬੂ ਕਰਨ ਦੇ ਲਈ ਕਈ ਐਲਾਨ ਕੀਤੇ। ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ, ਫਿਜ਼ੀਕਲ ਡਿਸਟੈਂਸਿੰਗ ਦਾ ਖਿਆਲ ਰੱਖਣ ਦੇ ਲਈ ਕਿਹਾ ਗਿਆ, ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ। ਹੋਰ ਵੀ ਕਈ ਉਹਨਾਂ ਵੱਲੋਂ ਕਦਮ ਚੁੱਕੇ ਜਾ ਰਹੇ ਨੇ, ਚਾਹੇ ਉਹ ਵੈਕਸੀਨੇਸ਼ਨ ਦੇ ਨਾਲ ਜੁੜੇ ਹੋਣ, ਜਿਸ ਵਿੱਚ ਟੀਚਾ ਰੱਖਿਆ ਗਿਆ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਕਰੋਨਾ ਦਾ ਟੀਕਾ ਲਗਾਇਆ ਜਾਵੇ। ਪਰ ਫਿਰ ਵੀ ਅਮਰੀਕਾ ਦੇ ਵਿੱਚ ਅਜੇ ਸਥਿਤੀ ਕੰਟਰੋਲ ਦੇ ਵਿੱਚ ਨਹੀਂ ਨਜ਼ਰ ਆ ਰਹੀ। ਇਹ ਜੋ ਸਿਚੁਏਸ਼ਨ ਹੈ ਆਊਟ ਆਫ ਕੰਟਰੋਲ ਹੁੰਦੀ ਜਾ ਰਹੀ ਹੈ। ਪਿਛਲੇ ਸਾਲ ਦੇ ਮੁਕਾਬਲੇ ਜਾਂ ਫਿਰ ਕੁਝ ਮਹੀਨਿਆਂ ਦੇ ਨਾਲ ਤੁਲਨਾ ਕਰਕੇ ਦੇਖੀਏ ਤਾਂ ਗਿਰਾਵਟ ਜ਼ਰੂਰ ਹੈ, ਪਰ ਹੁਣ ਤੱਕ ਵਾਇਰਸ ਦੇ ਨਾਲ ਸਭ ਤੋਂ ਵੱਧ ਮਰੀਜ਼ ਜੋ ਇੱਥੇ ਪੋਜ਼ਿਟਿਵ ਪਾਏ ਗਏ ਉਹ ਅਮਰੀਕਾ ਦੇ ਵਿੱਚ ਨੇ ਤੇ ਮੌਤਾਂ ਦਾ ਅੰਕੜਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਬਾਕੀ ਦੇਸ਼ਾਂ ਦੇ ਵਾਂਗ ਅਮਰੀਕਾ ਦੇ ਵਿੱਚ ਵੀ ਕੋਵਿਡ-19 ਦੇ ਹਾਲਾਤ ਹੌਲੀ-ਹੌਲੀ ਸੁਧਰ ਜਾਣਗੇ, ਕਿਉਂਕਿ ਇੱਥੇ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਪਰ ਅਮਰੀਕਾ ਦੇ ਵਿੱਚ ਅਜੇ ਵੀ ਕਰੋਨਾ ਪੈਂਡੇਮਿਕ ਬੇਕਾਬੂ ਹੁੰਦਾ ਜਾ ਰਿਹਾ ਹੈ। ਮਰਨ ਵਾਲਿਆਂ ਦਾ ਅੰਕੜਾ 5,14,000 ਦਾ ਹੋ ਚੁੱਕਿਆ ਹੈ। ਅਮਰੀਕਾ ਦੇ ਵਿੱਚ 4,26,000 ਤੋਂ ਜ਼ਿਆਦਾ ਲੋਕਾਂ ਦੀ ਇਸ ਵਾਇਰਸ ਦੇ ਕਾਰਨ ਜਾਨ ਜਾ ਚੁੱਕੀ ਹੈ। 2,55 ਲੱਖ ਤੋਂ ਜ਼ਿਆਦਾ ਲੋਕ ਕੋਵਿਡ ਪੋਜ਼ਿਟਿਵ ਪਾਏ ਜਾ ਚੁੱਕੇ ਨੇ। ਦੁਨੀਆ ਦੇ ਹੋਰ ਕਿਸੇ ਦੇਸ਼ ਦੇ ਵਿੱਚ ਨਾ ਤੇ ਇੰਨੀਆਂ ਮੌਤਾਂ ਹੋਈਆਂ ਤੇ ਨਾ ਹੀ ਇੰਨੀ ਵੱਡੀ ਗਿਣਤੀ ਦੇ ਵਿੱਚ ਪੀੜਤ ਮਿਲੇ ਹਨ। ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਅੰਕੜਾ ਹੈ। ਅਮਰੀਕੀ ਸਿਹਤ ਏਜੰਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਡਾਇਰੈਕਟਰ ਰੋਸ਼ੈਲ ਨੇ ਇਹ ਜਾਣਕਾਰੀ ਦਿੱਤੀ ਹੈ ਕਿ 20 ਫਰਵਰੀ ਤੱਕ ਮਰਨ ਵਾਲਿਆਂ ਦੀ ਗਿਣਤੀ 5,14,000 ਹੋ ਸਕਦੀ ਹੈ। ਜੇਕਰ ਅਸੀਂ ਕੋਵਿਡ-19 ਦੇ ਡੇਟਾ ਦੇ ਉੱਪਰ ਨਜ਼ਰ ਮਾਰੀਏ ਤਾਂ ਕਰੋਨਾ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਅਤੇ ਨਵੇਂ ਮਾਮਲਿਆਂ ਦੇ ਵਿੱਚ ਗਿਰਾਵਟ ਆਈ ਹੈ। 19 ਤੋਂ 25 ਜਨਵਰੀ ਦੌਰਾਨ ਰੋਜ਼ਾਨਾ ਦੇ ਨਵੇਂ ਮਾਮਲਿਆਂ ਦੇ ਵਿੱਚ 21% ਦੀ ਕਮੀ ਦੇਖੀ ਜਾ ਰਹੀ ਹੈ, ਜਦਕਿ ਇਸੇ ਸਮੇਂ ਦੌਰਾਨ ਮੌਤ ਦੇ ਮਾਮਲਿਆਂ ਦੇ ਵਿੱਚ 4.9% ਦੀ ਗਿਰਾਵਟ ਦੇਖੀ ਜਾ ਰਹੀ ਹੈ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਕਰੋਨਾ ਵਾਇਰਸ ਦੇ ਸੰਬੰਧੀ ਕਾਫੀ ਸੀਰੀਅਸ ਨਜ਼ਰ ਆ ਰਹੇ ਹਨ, ਕਿਉਂਕਿ ਅਹੁਦਾ ਸੰਭਾਲਦਿਆਂ ਹੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏ, ਜਿੱਥੇ ਉਹਨਾਂ ਨੇ ਅਮਰੀਕਨਸ ਨੂੰ ਕਿਹਾ ਕਿ ਮਾਸਕ ਪਾਉਣਾ ਲਾਜ਼ਮੀ ਹੋਵੇਗਾ ਅਤੇ ਫਿਜ਼ੀਕਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੋਵੇਗਾ। ਹੋਰ ਵੀ ਕਈ ਐਲਾਨ ਉਹਨਾਂ ਵੱਲੋਂ ਕੀਤੇ ਗਏ। ਨਾਲ ਹੀ ਜੋ ਬਾਈਡਨ ਨੇ ਕਿਹਾ ਹੈ ਕਿ ਉਹਨਾਂ ਦਾ ਟੀਚਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਕਰੋਨਾ ਦੀ ਵੈਕਸੀਨ ਲਗਾਈ ਜਾਵੇ ਤਾਂ ਕਿ ਜਲਦ ਤੋਂ ਜਲਦ ਹਾਲਾਤਾਂ ਦੇ ਵਿੱਚ ਸੁਧਾਰ ਦੇਖਿਆ ਜਾ ਸਕੇ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਕੋਵਿਡ-19 ਦੇ ਚੱਲਦਿਆਂ ਸਖਤੀਆਂ ਕੀਤੀਆਂ ਗਈਆਂ। ਜੇਕਰ ਕੋਈ ਨਿਯਮਾਂ ਦਾ ਉਲੰਘਣ ਕਰਦਾ ਹੈ ਤੇ ਉਸ ਨੂੰ ਜੁਰਮਾਨਾ ਵੀ ਲਗਾਇਆ ਜਾਂਦਾ ਹੈ। ਕੈਲਗਰੀ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਹਨਾਂ ਰੂਲਸ ਦਾ ਉਲੰਘਣ ਕੀਤਾ ਹੈ, ਨਿਯਮ ਤੋੜੇ ਗਏ ਨੇ। ਇਸੇ ਦੇ ਵਿੱਚ ਕੈਲਗਰੀ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਈ ਹੈ। ਇਹਨਾਂ ਲੋਕਾਂ ਦੇ ਉੱਪਰ ਕਾਰਵਾਈ ਕਰਦਿਆਂ ਜੁਰਮਾਨੇ ਉਹਨਾਂ ਨੂੰ ਲਗਾਏ ਜਾ ਰਹੇ ਹਨ। ਕੈਲਗਰੀ ਪੁਲਿਸ ਕਰੋਨਾ ਨਿਯਮ ਤੋੜਨ ਵਾਲਿਆਂ ਦੇ ਖਿਲਾਫ ਐਕਸ਼ਨ ਦੇ ਵਿੱਚ ਨਜ਼ਰ ਆਈ ਹੈ। ਜਿਨ੍ਹਾਂ ਵੱਲੋਂ ਕਰੋਨਾ ਦੇ ਨਿਯਮ ਤੋੜੇ ਗਏ
ਇਸ ਵਾਸਤੇ ਉਹਨਾਂ ਨੂੰ ਜੁਰਮਾਨੇ ਲਗਾਏ ਜਾ ਰਹੇ ਹਨ। ਕੋਵਿਡ-19 ਦੇ ਚੱਲਦਿਆਂ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਜੋ ਸਖਤੀਆਂ ਕੀਤੀਆਂ ਗਈਆਂ, ਉਹਨਾਂ ਨੂੰ ਹੋਰ ਵੀ ਸਖਤ ਕੀਤਾ ਗਿਆ। ਇਸ ਦੇ ਕਾਰਨ ਪ੍ਰੋਵਿੰਸਸ ਨੇ ਲੋਕਾਂ ਦੇ ਲਈ ਕਈ ਸਖਤ ਹਦਾਇਤਾਂ ਜਾਰੀ ਕੀਤੀਆਂ। ਕਈ ਲੋਕਾਂ ਦਾ ਕਹਿਣਾ ਹੈ ਕਿ ਉਹ ਕੋਰੋਨਾ ਦੇ ਨਿਯਮਾਂ ਦਾ ਪਾਲਣ ਕਰਕੇ ਥੱਕ ਚੁੱਕੇ ਹਨ। ਅਜਿਹੇ ਦੇ ਵਿੱਚ ਬਹੁਤ ਸਾਰੇ ਲੋਕ ਇਹਨਾਂ ਨਿਯਮਾਂ ਦਾ ਉਲੰਘਣ ਕਰਦੇ ਵੀ ਨਜ਼ਰ ਆ ਰਹੇ ਹਨ, ਪਰ ਲੋਕਾਂ ਲਈ ਇਹਨਾਂ ਨਿਯਮਾਂ ਨੂੰ ਤੋੜਨਾ ਸਿਰਦਰਦੀ ਵੀ ਬਣ ਸਕਦਾ ਹੈ। ਅਜਿਹਾ ਹੀ ਕੈਲਗਰੀ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਕੈਲਗਰੀ ਪੁਲਿਸ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਉਲੰਘਣ ਕੀਤਾ ਕੋਰੋਨਾ ਦੇ ਨਿਯਮਾਂ ਦਾ। 173 ਲੋਕਾਂ ਨੂੰ ਜੁਰਮਾਨੇ ਦੀਆਂ ਟਿਕਟਸ ਜਾਰੀ ਕੀਤੀਆਂ ਗਈਆਂ ਹਨ। ਅਗਸਤ 2020 ਤੱਕ ਜਾਰੀ ਹੋਈਆਂ ਟਿਕਟਾਂ ਤੋਂ ਸਭ ਤੋਂ ਵੱਧ ਮਾਸਕ ਨਾ ਪਾਉਣ ਕਰਕੇ ਜਾਰੀ ਕੀਤੀਆਂ ਗਈਆਂ। ਸ਼ਹਿਰ ਦੇ ਵਿੱਚ ਬਹੁਤ ਸਾਰੇ ਲੋਕ ਪਾਰਟੀ ਕਰਦੇ ਵੀ ਫੜੇ ਗਏ। ਹਾਲਾਂਕਿ ਸਮਝਾਉਣ ਦੇ ਬਾਵਜੂਦ ਪਾਰਟੀਆਂ ਦਾ ਸਿਲਸਿਲਾ ਅਜੇ ਤੱਕ ਜਾਰੀ ਹੈ। ਬਹੁਤ ਸਾਰੇ ਲੋਕਾਂ ਨੂੰ ਤਾਂ ਪੁਲਿਸ ਨੇ ਅੱਗੇ ਤੋਂ ਨਿਯਮ ਨਾ ਤੋੜਨ ਬਾਰੇ ਸਮਝਾ ਕੇ ਹੀ ਛੱਡ ਦਿੱਤਾ, ਪਰ ਜੋ ਲੋਕ ਪੁਲਿਸ ਦੇ ਨਾਲ ਝਗੜੇ ਤੇ ਉਤਰੇ ਜਾਂ ਵਧੇਰੇ ਵਾਰ ਗਲਤੀਆਂ ਕਰਦੇ ਫੜੇ ਗਏ, ਉਹਨਾਂ ਨੂੰ ਪੁਲਿਸ ਵੱਲੋਂ ਭਾਰੀ ਜੁਰਮਾਨਾ ਵੀ ਲਗਾਇਆ ਗਿਆ ਹੈ। ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਲਗਾਤਾਰ ਲੋਕਾਂ ਨੂੰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਕੋਵਿਡ-19 ਦੇ ਨਿਯਮਾਂ ਦਾ ਪਾਲਣ ਕੀਤਾ ਜਾਵੇ ਅਤੇ ਘਰਾਂ ਦੇ ਵਿੱਚ ਹੀ ਰਹਿਣ। ਜੇਕਰ ਬਹੁਤ ਜ਼ਰੂਰੀ ਕੰਮ ਹੈ ਤਦ ਹੀ ਬਾਹਰ ਨਿਕਲਣ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਚੋਂ ਕਿੰਨੇ ਮਾਮਲੇ ਅੱਜ ਕੋਰੋਨਾ ਦੇ ਸਾਹਮਣੇ ਆਏ, ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਨਾਲ ਹੀ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਹੈ ਕੇਸਿਸ ਓਵਰਵਿਊ, ਜਾਣੀ ਕਿ ਕੀ ਹੈ ਕੈਨੇਡਾ ਦੇ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ। ਓਨਟਾਰੀਓ ਤੋਂ 24 ਘੰਟੇ ਦੌਰਾਨ 1837 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਅਤੇ 58 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਜਾਨ ਵੀ ਗਈ ਹੈ। 24 ਘੰਟੇ ਦੌਰਾਨ 30,000 ਦੇ ਕਰੀਬ ਕੋਰੋਨਾ ਟੈਸਟ ਕੀਤੇ ਗਏ। ਟੋਰਾਂਟੋ ਤੋਂ 595, ਪੀਲ ਰੀਜਨ ਤੋਂ 295, ਯਾਰਕ ਰੀਜਨ ਤੋਂ 170, ਡਰਹਮ ਤੋਂ 59 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਮਿਨਿਸਟਰੀ ਆਫ ਹੈਲਥ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਅਧੀਨ ਉਹਨਾਂ ਨੇ ਦੱਸਿਆ ਕਿ 1291 ਮਰੀਜ਼ ਹਸਪਤਾਲ ਦੇ ਵਿੱਚ ਨੇ, ਜਿਨ੍ਹਾਂ ਵਿੱਚੋਂ 360 ICU ਦੇ ਵਿੱਚ ਹਨ। ਪ੍ਰੋਵਿੰਸ ਦੇ ਵਿੱਚ ਹੁਣ ਤੱਕ 2,64,300 ਦੇ ਕਰੀਬ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤੱਕ 6,072 ਦੇ ਕਰੀਬ ਲੋਕਾਂ ਦੀ ਵਾਇਰਸ ਦੇ ਕਾਰਨ ਜਾਨ ਗਈ ਹੈ। ਪ੍ਰੋਵਿੰਸ ਦੇ ਵਿੱਚ ਇਸ ਸਮੇਂ 20,000 ਦੇ ਕਰੀਬ ਐਕਟਿਵ ਕੇਸ ਨੇ। ਕਿਊਬੈਕ ਦੇ ਵਿੱਚ 1,295 ਕੋਰੋਨਾ ਵਾਇਰਸ ਦੇ ਮਾਮਲੇ ਪਾਏ ਗਏ ਅਤੇ 50 ਲੋਕਾਂ ਦੀ ਮੌਤ ਇਸ ਵਾਇਰਸ ਦੇ ਕਾਰਨ ਦਰਜ ਕੀਤੀ ਗਈ। ਇਸ ਸਮੇਂ 14,760 ਦੇ ਕਰੀਬ ਐਕਟਿਵ ਮਾਮਲੇ ਹਨ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1,217 ਦੇ ਕਰੀਬ ਹੈ, ਜਿਨ੍ਹਾਂ ਵਿੱਚੋਂ 209 ਇੰਟੈਂਸਿਵ ਕੇਅਰ ਅਧੀਨ ਹਨ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 2,59,993 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2,35,516 ਦੇ ਕਰੀਬ ਹੈ। ਮੈਨੀਟੋਬਾ ਦੇ ਵਿੱਚ 197 ਮਾਮਲੇ ਰਿਕਾਰਡ ਕੀਤੇ ਗਏ ਹਨ ਅਤੇ ਇੱਥੇ 3 ਮੌਤਾਂ ਇਸ ਕੋਵਿਡ-19 ਵਾਇਰਸ ਦੇ ਕਾਰਨ ਹੋਈਆਂ। ਹੁਣ ਤੱਕ ਕੈਨੇਡਾ ਦੇ ਵਿੱਚ ਕੁੱਲ ਕੋਰੋਨਾ ਦੇ ਮਾਮਲੇ 7,70,000 ਦੇ ਕਰੀਬ ਸਾਹਮਣੇ ਆ ਚੁੱਕੇ ਹਨ। 19,782 ਦੇ ਕਰੀਬ ਇੱਥੇ ਮੌਤਾਂ ਇਸ ਵਾਇਰਸ ਦੇ ਕਾਰਨ ਹੋਈਆਂ। 6,94,000 ਦੇ ਕਰੀਬ ਉਹ ਮਰੀਜ਼ ਹਨ ਜਿਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ। ਅਮਰੀਕਾ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਪਾਰਲੀਮੈਂਟ ਹਾਊਸ ਦੇ ਨੇੜਿਓਂ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਅਸਲਾ ਮਿਲਿਆ, ਜਾਣੀ ਕਿ ਹਥਿਆਰ ਇਸ ਦੇ ਕੋਲੋਂ ਬਰਾਮਦ ਕੀਤੇ ਗਏ। ਇਸ ਦੀ ਕਾਰ ਜੋ ਸੀ ਉਸ ਦੇ ਆਸ-ਪਾਸ ਇਹ ਘੁੰਮਦਾ ਨਜ਼ਰ ਆ ਰਿਹਾ ਸੀ। ਸ਼ੱਕ ਹੁੰਦਾ ਹੈ ਵਿਅਕਤੀ ਦੇ ਉੱਪਰ। ਉਸ ਤੋਂ ਬਾਅਦ ਜਾਂਚ ਕੀਤੀ ਜਾਂਦੀ ਹੈ ਤੇ ਇਸ ਦੇ ਕੋਲੋਂ ਹਥਿਆਰ ਬਰਾਮਦ ਕੀਤੇ ਜਾਂਦੇ ਨੇ। ਪੁਲਿਸ ਦੀ ਹਿਰਾਸਤ ਦੇ ਵਿੱਚ ਇਸ ਨੂੰ ਲਿਆ ਗਿਆ ਹੈ। ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ, ਜਿੱਥੇ ਪਾਰਲੀਮੈਂਟ ਹਾਊਸ ਦੇ ਅੱਗਿਓਂ ਪੁਲਿਸ ਨੇ ਅਸਲੇ ਦੇ ਸਮੇਤ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੱਛਮੀ ਵਰਜੀਨੀਆ ਦੇ ਇੱਕ ਵਿਅਕਤੀ ਨੂੰ ਕੈਪੀਟੋਲ ਬਿਲਡਿੰਗ ਦੇ ਨੇੜਿਓਂ ਸ਼ੱਕੀ ਸਥਿਤੀ ਦੇ ਵਿੱਚ ਹਿਰਾਸਤ 'ਚ ਲਿਆ ਗਿਆ ਹੈ। ਇਹ ਵਿਅਕਤੀ ਕੈਪੀਟੋਲ ਬਿਲਡਿੰਗ ਦੇ ਕੋਲ ਘੁੰਮ ਰਿਹਾ ਸੀ ਅਤੇ ਉਸ ਦੀ ਕਾਰ ਦੇ ਵਿੱਚੋਂ ਪਿਸਤੌਲ ਅਤੇ ਗੋਲਾ ਬਾਰੂਦ ਬਰਾਮਦ ਹੋਏ ਹਨ। ਇਸ ਦੇ ਸੰਬੰਧਿਤ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਇਸ ਵਿਅਕਤੀ ਦਾ ਨਾਮ ਡੈਨਿਸ ਦੱਸਿਆ ਗਿਆ ਹੈ, ਜਿਸ ਨੂੰ ਹਿਰਾਸਤ ਦੇ ਵਿੱਚ ਲਿਆ। ਉਸ ਤੇ ਬਿਨਾਂ ਲਾਇਸੈਂਸ ਦੇ ਪਿਸਤੌਲ ਰੱਖਣ, ਗੋਲਾ ਬਾਰੂਦ ਰੱਖਣ ਅਤੇ ਗੈਰ ਕਾਨੂੰਨੀ ਰੂਪ ਦੇ ਨਾਲ ਹਥਿਆਰ ਰੱਖਣ ਦੇ ਦੋਸ਼ ਹਨ। ਅਮਰੀਕੀ ਕੈਪੀਟੋਲ ਪੁਲਿਸ ਨੇ ਇੱਕ ਬਿਆਨ ਜਾਰੀ ਕੀਤਾ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਅਧਿਕਾਰੀ ਨੇ ਵਾਸ਼ਿੰਗਟਨ DC ਦੇ ਵਿੱਚ ਇੱਕ ਚੌਰਾਹੇ ਤੇ ਕਾਰ ਖੜੀ ਦੇਖੀ, ਜਦਕਿ ਕਾਰ ਦਾ ਡਰਾਈਵਰ ਕੋਲ ਹੀ ਸੀ, ਜੋ ਸੜਕ ਦੇ ਕੋਲ ਘੁੰਮ ਰਿਹਾ ਸੀ। ਉਸ ਦੇ ਉੱਪਰ ਸ਼ੱਕ ਹੋਇਆ। ਸ਼ੱਕ ਦੇ ਆਧਾਰ ਦੇ ਉੱਪਰ ਜਾਂਚ ਕੀਤੀ ਗਈ। ਜਾਂਚ ਕਰਨ ਤੇ ਵਿਅਕਤੀ ਦੇ ਕੋਲੋਂ ਅਸਲਾ ਫੜਿਆ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਇਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਇਸ ਦੇ ਸੰਬੰਧਿਤ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਫਿਲਹਾਲ ਅੱਗੇ ਦੀ ਇਸ ਬਾਰੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਨੇ ਐਲਾਨੇ ਫਲਾਈਟਾਂ ਦੇ ਬਾਰੇ ਵਿੱਚ ਨਿਯਮ, 30 ਅਪ੍ਰੈਲ ਤੱਕ ਲਗਾਈ ਰੋਕ।
ਓਨਟਾਰੀਓ ਆਉਣ ਵਾਲੇ ਯਾਤਰੀਆਂ ਦੇ ਲਈ ਨਵੇਂ ਨਿਯਮ ਲਾਗੂ। ਹੁਣ 에ਅਰਪੋਰਟ ਦੇ ਉੱਪਰ ਹੋਵੇਗਾ ਕਰੋਨਾ ਟੈਸਟ। ਕੈਨੇਡਾ ਦੀਆਂ 에ਅਰਲਾਈਨਸ ਦੇ ਵੱਲੋਂ ਉਡਾਨਾਂ ਰੱਦ ਕਰਨ ਦਾ ਫੈਸਲਾ ਮਨਜ਼ੂਰ। ਟਰੂਡੋ ਨੇ ਕੈਨੇਡਾ ਦੀਆਂ 에ਅਰਲਾਈਨਾਂ ਦੀ ਕੀਤੀ ਤਾਰੀਫ। ਟੋਰਾਂਟੋ ਦੇ 2 ਘਰ ਅੱਗ ਦਾ ਸ਼ਿਕਾਰ, 4 ਲੋਕਾਂ ਦੀ ਹੋਈ ਮੌਤ। ਕੈਨੇਡਾ ਨੂੰ ਇੱਕ ਹੋਰ ਕਰੋਨਾ ਟੀਕਾ ਮਿਲਣ ਦੀ ਉਮੀਦ, ਹੈਲਥ ਕੈਨੇਡਾ ਦੇ ਸਕਦਾ ਹੈ ਹਰੀ ਝੰਡੀ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।